We have learned about these bacteria rhizobium in class 6th and 7th involved in the fixation of nitrogen. ਅਸੀਂ 7ਵੀਂ 6ਵੀਂ ਚ ਪੜ੍ਹਿਆ ਕਿ ਰਾਈਜ਼ੋਬੀਅਮ ਇੱਕ ਬੈਕਟੀਰੀਆ ਹੁੰਦਾ ਆ ਜਿਹੜਾ ਲੈਗੂਮੀਨਸ ਪਲਾਂਟਸ ਦੀਆਂ ਜੜ੍ਹਾਂ ਦੇ ਵਿੱਚ ਹੁੰਦਾ। ਲੈਗੂਮੀਨਸ ਪਲਾਂਟਸ ਹੁੰਦੇ ਆ ਜਿਹੜੇ ਪਲਸਸ ਦੇ ਪੌਦੇ ਹੁੰਦੇ ਆ, ਜਿੱਦਾਂ ਮਾਂਹ ਹੋਇਆ, ਰੌਂਗੀ, ਮੂੰਗੀ, ਇਹ ਜਿਹੜੀਆਂ ਦਾਲਾਂ ਦੇ ਪੌਦੇ ਹੁੰਦੇ ਆ ਉਹਨਾਂ ਦੀਆਂ ਜੜ੍ਹਾਂ ਦੇ ਨਿਊਡਲਸ ਦੇ ਵਿੱਚ, ਨੋਡਸ ਦੇ ਵਿੱਚ ਗੱਠਾਂ ਹੁੰਦੀਆਂ। ਉਹਦੇ ਅੰਦਰ ਇਹ ਲੈਗੂਮੀਨਸ ਪਲਾਂਟ ਦੇ ਵਿੱਚ ਜੜ੍ਹਾਂ ਦੇ ਵਿੱਚ ਰਹਿੰਦਾ ਆ। ਇਹ ਕੀ ਕਰਦਾ? ਰਿਕਾਲ ਰਾਈਜ਼ੋਬੀਅਮ ਲਿਵਸ ਇਨ ਦਾ ਰੂਟਸ, ਨੋਡਲਸ, ਲੈਗੂਮੀਨਸ ਪਲਾਂਟਸ ਸੱਚ beans and peas with which it is symbiotic relationship। ਇਹਨਾਂ ਦੇ ਨਾਲ ਇਹਦੀ ਇੱਕ ਦੋਸਤੀ ਹੁੰਦੀ ਆ, ਸਿੰਬਾਇਟਿਕ ਆਦਾਨ ਪ੍ਰਦਾਨ ਵਾਲੀ ਦੋਸਤੀ ਹੁੰਦੀ ਆ। ਸਮ ਨਾਈਟ੍ਰੋਜਨ ਗੈਟਸ ਫਿਕਸਡ ਥਰੂ ਦਾ ਐਕਸ਼ਨ ਆਫ ਲਾਈਟਨਿੰਗ। ਲਾਈਟਨਿੰਗ ਜਿਹੜੀ ਬਿਜਲੀ ਚਮਕਦੀ ਆ, ਜਦੋਂ ਬੱਦਲ ਆਪਸ ਵਿੱਚ ਚਾਰਜ ਜਿਹੜੇ ਕਲਾਊਡਸ ਹੁੰਦੇ ਆ ਉਹ ਆਪਸ ਵਿੱਚ ਟਕਰਾਉਂਦੇ ਆ ਤਾਂ ਬਹੁਤ ਜ਼ਿਆਦਾ ਹਾਈ ਹੀਟ ਪੈਦਾ ਹੁੰਦੀ ਆ, ਜਿਹੜੀ ਹੀਟ ਦੇ ਨਾਲ ਨਾਈਟ੍ਰੋਜਨ ਅਤੇ ਆਕਸੀਜਨ ਮਿਲ ਕੇ ਨਾਈਟ੍ਰੇਟਸ ਅਤੇ ਨਾਈਟਰਾਈਟਸ ਬਣਾਉਂਦੇ ਆ, ਔਰ ਉਹ ਮੀਂਹ ਦੇ ਪਾਣੀ ਦੇ ਨਾਲ ਹੇਠਾਂ ਡਿੱਗਦੇ ਆ। ਉਹ ਵੀ ਨਾਈਟ੍ਰੋਜਨ ਜ਼ਮੀਨ 'ਤੇ ਪਹੁੰਚ ਜਾਂਦੀ ਆ। ਆਪਾਂ ਨੂੰ ਪਤਾ ਆ ਕਿ ਐਟਮੋਸਫੀਅਰ ਦੇ ਵਿੱਚ ਨਾਈਟ੍ਰੋਜਨ ਦੀ ਜਿਹੜੀ ਮਾਤਰਾ ਆ ਉਹ ਕੌਨਸਟੈਂਟ ਰਹਿੰਦੀ ਆ। ਅਤੇ ਫਿਰ ਇਹ ਕਿਸ ਤਰ੍ਹਾਂ ਰਹਿੰਦੀ ਆ? ਇਹ ਹੁੰਦੇ ਆ ਰੂਟਸ ਆਫ ਲੈਗੂਮੀਨਸ ਪਲਾਂਟਸ ਦੀਆਂ ਜੜ੍ਹਾਂ ਦੇ ਵਿੱਚ ਹੁੰਦੇ ਆ। ਅਤੇ ਇਹ ਇਸ ਤਰ੍ਹਾਂ ਅਸੀਂ ਇਹ ਸਮਝਦੇ ਹਾਂ ਕਿ ਨਾਈਟ੍ਰੋਜਨ ਦਾ ਸਾਈਕਲ ਚੱਲਦਾ, ਨਾਈਟ੍ਰੋਜਨ ਦਾ ਚੱਕਰ ਚੱਲਦਾ। ਚੱਕਰ ਦਾ ਮਤਲਬ ਆ ਕਿ ਨਾਈਟ੍ਰੋਜਨ ਹਵਾ ਦੇ ਵਿੱਚੋਂ ਮਿੱਟੀ ਵਿੱਚ ਪਹੁੰਚ ਜਾਂਦੀ ਆ ਰਾਈਜ਼ੋਬੀਅਮ ਦੇ ਨਾਲ ਵੀ, ਅਤੇ ਲਾਈਟਨਿੰਗ ਦੇ ਐਕਸ਼ਨ ਦੇ ਨਾਲ ਵੀ ਮਿੱਟੀ ਦੇ ਵਿੱਚ ਪਹੁੰਚ ਜਾਂਦੀ ਆ। ਮਿੱਟੀ 'ਚੋਂ ਉਹ ਪਲਾਂਟਸ ਵਿੱਚ ਪਹੁੰਚ ਜਾਂਦੀ ਆ, ਪਲਾਂਟਸ ਤੋਂ ਜਾਨਵਰਾਂ 'ਚ ਪਹੁੰਚ ਜਾਂਦੀ ਆ, ਜਾਨਵਰਾਂ ਦੇ ਮਰਨ ਤੋਂ ਬਾਅਦ ਫਿਰ ਉਹ ਹਵਾ 'ਚ ਵੀ ਪਹੁੰਚ ਜਾਂਦੀ ਆ। ਇਸ ਤਰ੍ਹਾਂ ਜਿਹੜਾ ਨਾਈਟ੍ਰੋਜਨ ਦਾ ਅਮਾਊਂਟ ਆਫ ਨਾਈਟ੍ਰੋਜਨ ਇਨ ਦਾ ਐਟਮੋਸਫੀਅਰ ਰਿਮੇਨਸ ਕੌਨਸਟੈਂਟ। ਸਾਡਾ ਜਿਹੜਾ ਐਟਮੋਸਫੀਅਰ ਆ ਇਹਦੇ 'ਚ 78% ਨਾਈਟ੍ਰੋਜਨ ਗੈਸ ਆ। ਨਾਈਟ੍ਰੋਜਨ ਗੈਸ ਇਹ ਸਾਡੇ ਲਿਵਿੰਗ ਔਰਗੈਨਿਜ਼ਮ ਦੇ ਸਰੀਰ ਦੇ ਵਿੱਚ ਵਧਣ ਵਾਸਤੇ ਜ਼ਰੂਰੀ ਆ। ਜਾਣੀ ਕਿ ਜਿੱਦਾਂ ਜਿਹੜੇ ਬੋਡੀ ਬਿਲਡਿੰਗ ਫੂਡ ਹੁੰਦੇ ਸਾਡੇ, ਪ੍ਰੋਟੀਨ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਦੇ ਵਿੱਚ ਇਹ ਜ਼ਿਆਦਾ ਹੁੰਦੀ ਆ। ਕਲੋਰੋਫਿਲ, ਨਿਊਕਲੀਕ ਐਸਿਡ ਅਤੇ ਵਿਟਾਮਿਨ ਦੇ ਵਿੱਚ ਵੀ ਹੁੰਦੀ ਆ। ਦਾ ਐਟਮੋਸਫੈਰਿਕ ਨਾਈਟ੍ਰੋਜਨ ਕੈਨ ਨਾਟ ਬੀ ਟੇਕਨ ਡਾਇਰੈਕਟਲੀ ਬਾਈ ਦਾ ਪਲਾਂਟਸ ਐਂਡ ਐਨੀਮਲਸ। ਇਹ ਜਿਹੜੀ ਹਵਾ ਦੇ ਵਿੱਚ ਨਾਈਟ੍ਰੋਜਨ ਆ ਇਹ ਸਾਡੇ ਡਾਇਰੈਕਟ ਕੰਮ ਨਹੀਂ ਆ ਸਕਦੇ। ਅਤੇ ਇਹਦੇ ਵਿੱਚ ਬੈਕਟੀਰੀਆ ਹੁੰਦੇ ਆ, ਜਿਸ ਤਰ੍ਹਾਂ ਬਲਿਊ ਗ੍ਰੀਨ ਐਲਗੀ ਵੀ ਆ, ਇੱਕ ਨੀਲੀ ਹਰੀ ਕਾਈ ਆ। ਇਹ ਵੀ ਮਤਲਬ ਇਹ ਹਰੇ ਰੰਗ ਦੀ ਹੋਣ ਕਰਕੇ ਫੋਟੋਸਿੰਥੈਸਿਸ ਵੀ ਕਰਦੀ ਆ। ਦੂਸਰਾ ਫੰਕਸ਼ਨ ਇਹਦਾ ਇਹ ਆ ਕਿ ਇਹ ਨਾਈਟ੍ਰੋਜਨ ਨੂੰ ਹਵਾ ਦੇ ਵਿੱਚੋਂ ਪੌਦਿਆਂ 'ਚ ਫਿਕਸ ਕਰਦੀ ਆ ਅਤੇ ਐਂਡ ਕਨਵਰਟਡ ਇਨ ਟੂ ਕੰਪਾਊਂਡਸ ਆਫ ਨਾਈਟ੍ਰੋਜਨ, ਯਾਨੀ ਕਿ ਨਾਈਟ੍ਰੇਟਸ ਅਤੇ ਨਾਈਟਰਾਈਟਸ। ਵਨਸ ਨਾਈਟ੍ਰੋਜਨ ਇਜ਼ ਕਨਵਰਟਡ ਇਨਟੂ ਦੀਜ਼ ਯੂਜ਼ੇਬਲ ਕੰਪਾਊਂਡਸ। ਇਹ ਜਿਹੜੇ ਕੰਪਾਊਂਡਸ ਹੁੰਦੇ ਆ ਇਹ ਯੂਜ਼ੇਬਲ ਹੁੰਦੇ ਆ ਪਲਾਂਟਸ ਦੁਆਰਾ। ਦੇ ਕੈਨ ਸੱਕ ਦੀਜ਼ ਨਿਊਟਰੀਐਂਟਸ ਥਰੂ ਦਾ ਰੂਟਸ। ਅਤੇ ਇਹ ਜਿਹੜੇ ਪਲਾਂਟਸ ਆ ਸੋਇਲ ਦੇ ਥਰੂ ਵਿੱਚੋਂ ਰੂਟਸ ਦੁਆਰਾ ਇਹ ਜਿਹੜੀ ਨਾਈਟ੍ਰੋਜਨ ਆ ਉਹਨੂੰ ਆਪਣੇ ਅੰਦਰ ਖਿੱਚ ਲੈਂਦੇ ਆ। ਅਤੇ ਇਹ ਜਿਹੜੀ ਨਾਈਟ੍ਰੋਜਨ ਆ ਉੱਥੇ ਪਲਾਂਟ ਪ੍ਰੋਟੀਨ ਦੇ ਵਿੱਚ ਬਣਨ 'ਚ ਕੰਮ ਆਉਂਦੀ ਆ। ਹੁਣ ਤੁਹਾਨੂੰ ਪਤਾ ਕਿ ਦਾਲਾਂ ਜਿਹੜੀਆਂ ਜਾਂ ਹੋਰ ਜਿਹੜੀਆਂ ਪਲਾਂਟਸ ਦੇ ਵਿੱਚ ਇਹ ਚੀਜ਼ਾਂ ਆ ਉੱਥੇ ਸਾਨੂੰ ਪ੍ਰੋਟੀਨਸ ਮਿਲਦੀ ਆ। ਇਹ ਜਿਹੜੇ ਕੰਪਾਊਂਡ ਆ ਫਿਰ ਉਹਦੇ ਨਾਲ ਨਾਈਟ੍ਰੋਜਨ ਨਾਲ ਹੀ ਬਣਦੇ ਆ। ਅਤੇ ਐਨੀਮਲ ਜਿਹੜੇ ਆ ਇਹ ਪਲਾਂਟਸ ਨੂੰ ਖਾਂਦੇ ਆ, ਉਹ ਵੀ ਸਾਨੂੰ ਪ੍ਰੋਟੀਨ ਦਿੰਦੇ ਆ ਅਤੇ ਨਾਈਟ੍ਰੋਜਨ ਕੰਪਾਊਂਡਸ ਉਹਨਾਂ ਦੇ ਬੋਡੀ ਵਿੱਚ ਵੀ ਚੱਲ ਜਾਂਦੇ ਆ। ਜਿਸ ਤਰ੍ਹਾਂ ਪਲਾਂਟਸ ਅਤੇ ਐਨੀਮਲ ਜਦੋਂ ਮਰਦੇ ਆ ਫਿਰ ਜਿਹੜਾ ਬੈਕਟੀਰੀਆ ਅਤੇ ਫੰਗੀ ਆ ਸੋਇਲ ਦੇ ਵਿੱਚ, ਉਹ ਉਹਨਾਂ ਦੀ ਬੋਡੀ ਨੂੰ, ਡੈੱਡ ਬੋਡੀ ਨੂੰ ਨਾਈਟ੍ਰੋਜਨ ਜੀਨਸ ਬੇਸਡ ਦੇ ਵਿੱਚ ਬਦਲ ਕੇ ਉਹਨੂੰ ਨਾਈਟ੍ਰੋਜਨ ਕੰਪਾਊਂਡਸ ਦੇ ਵਿੱਚ ਬਦਲਦੇ ਆ ਤਾਂ ਕਿ ਉਹ ਵੀ ਪਲਾਂਟਸ ਦੁਆਰਾ ਇਹਨਾਂ ਨੂੰ ਯੂਜ਼ ਕਰ ਸਕਦੇ ਆ। ਦੂਸਰੇ ਹੋਰ ਬੈਕਟੀਰੀਆ ਵੀ ਹੈਗੇ ਆ ਜਿਹੜੇ ਇਹਨਾਂ ਦਾ ਕੁਛ ਪਾਰਟ ਜਿਹੜਾ ਉਹ ਹਵਾ ਦੇ ਵਿੱਚ, ਗੈਸ ਦੇ ਵਿੱਚ ਪਹੁੰਚਾ ਦਿੰਦੇ ਆ, ਐਟਮੋਸਫੀਅਰ ਵਿੱਚ ਪਹੁੰਚਾ ਦਿੰਦੇ ਆ। ਅਤੇ ਇਸ ਤਰ੍ਹਾਂ ਐਟਮੋਸਫੀਅਰ ਦੇ ਵਿੱਚ ਜਿਹੜੀ
ਨਾਈਟ੍ਰੋਜਨ ਦੀ ਪਰਸੈਂਟੇਜ ਆ ਉਹ ਹਮੇਸ਼ਾ ਬਰਾਬਰ ਰਹਿੰਦੀ ਆ। ਜਾਣੀ ਕਿ ਕੁਦਰਤ ਨੇ ਆਪਣੇ ਆਪ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਜਿਸ ਨਾਲ ਨਾਈਟ੍ਰੋਜਨ ਦੀ ਮਾਤਰਾ ਬਰਾਬਰ ਰਹਿੰਦੀ ਆ। ਇਹ ਤੁਹਾਡਾ ਨਾਈਟ੍ਰੋਜਨ ਸਾਈਕਲ ਹੈ ਜਿਹੜਾ ਮੈਂ ਤੁਹਾਨੂੰ ਸਮਝਾ ਰਿਹਾ ਸੀ। ਇਹਦੇ ਵਿੱਚ ਜਿਸ ਤਰ੍ਹਾਂ ਇੱਥੋਂ ਕਿਤੋਂ ਵੀ ਸ਼ੁਰੂ ਕਰ ਲਓ, ਇੱਥੇ ਆ ਕੰਪਾਊਂਡਸ ਆਫ ਨਾਈਟ੍ਰੋਜਨ ਜਿਹੜੇ ਸੋਇਲ ਦੇ ਵਿੱਚ ਆ ਗਏ, ਅਪਟੇਕ ਬਾਈ ਪਲਾਂਟਸ ਨੇ ਲੈ ਲਏ, ਅਤੇ ਇੱਥੇ ਆ ਜਿਹੜੇ ਆ ਬੈਕਟੀਰੀਆ ਟਰਨ ਕੰਪਾਊਂਡਸ ਆਫ ਨਾਈਟ੍ਰੋਜਨ ਇਨਟੂ ਗੈਸੀਅਸ ਨਾਈਟ੍ਰੋਜਨ, ਇਹ ਹਵਾ ਦੇ ਵਿੱਚ ਚਲ ਗਏ। ਠੀਕ ਹੈ, ਹਵਾ ਦੇ ਵਿੱਚੋਂ ਐਟਮੋਸਫੇਅਰ 'ਚ ਚਲ ਗਈ ਨਾਈਟ੍ਰੋਜਨ ਨੇ, ਅਤੇ ਨਾਈਟ੍ਰੋਜਨ ਜਿਹੜੀ ਆ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਜਿਹੜਾ ਹੈ ਐਟਮੋਸਫੇਅਰ ਦੀ ਨਾਈਟ੍ਰੋਜਨ ਨੂੰ ਫਿਕਸ ਕਰਕੇ ਅਤੇ ਬੈਕਟੀਰੀਆ ਇਨ ਟਰਨ ਨਾਈਟ੍ਰੋਜਨੀਅਸ ਕੰਪਾਊਂਡ ਦੇ ਵਿੱਚ ਬਦਲ ਕੇ ਮਿੱਟੀ ਵਿੱਚ ਪਹੁੰਚਾ ਦਿੰਦਾ। ਇਸ ਤਰ੍ਹਾਂ ਇੱਕ ਲਾਈਟਨਿੰਗ ਦਾ ਵੀ ਸੋਰਸ ਹੈ ਜਿਹੜਾ ਇਹ ਨਾਈਟ੍ਰੋਜਨ ਨੂੰ ਨਾਈਟ੍ਰੋਜਨ ਦੇ ਕੰਪਾਊਂਡ ਬਣਾ ਕੇ ਆਕਸੀਜਨ ਦੇ ਨਾਲ ਮਿਲਾ ਕੇ ਨਾਈਟ੍ਰੋਜਨ ਦੇ ਕੰਪਾਊਂਡ ਬਣਾ ਕੇ ਉਹਨਾਂ ਨੂੰ ਸੋਇਲ ਦੇ ਵਿੱਚ ਦੇ ਦਿੰਦਾ। ਮਤਲਬ ਆਹ ਦੋ ਤਰੀਕੇ ਆ ਜਿਨ੍ਹਾਂ ਦੇ ਨਾਲ ਨਾਈਟ੍ਰੋਜਨ ਇਹ ਮਿੱਟੀ ਦੇ ਵਿੱਚ ਆਉਂਦੀ ਆ। ਮਿੱਟੀ ਤੋਂ ਇਹ ਨਾਈਟ੍ਰੋਜਨ ਪਲਾਂਟਸ ਦੁਆਰਾ ਲੈ ਲਈ ਜਾਂਦੀ ਆ। ਪਲਾਂਟਸ ਜਿਹੜੇ ਆ ਉਹ ਜਿਹੜੇ ਉਹਨਾਂ ਨੂੰ ਫਿਰ ਐਨੀਮਲ ਖਾਂਦੇ ਆ ਅਤੇ ਉਹਨਾਂ ਦੇ ਵਿੱਚ ਚਲ ਜਾਂਦੀ ਆ। ਐਨੀਮਲ ਜਿਹੜੇ ਜਦੋਂ ਮਰ ਜਾਂਦੇ ਆ ਤਾਂ ਉਹਨਾਂ ਦੇ ਨਾਈਟ੍ਰੋਜਨ ਵੇਸਟ ਬਣ ਜਾਂਦਾ, ਉਹਨਾਂ ਦੀ ਐਕਸਕ੍ਰੀਸ਼ਨ ਜਿਹੜੀ ਆ ਉਹ ਡੈਥ ਤੋਂ ਬਾਅਦ ਫਿਰ ਇਹ ਸੋਇਲ ਦੇ ਵਿੱਚ ਮਿਲ ਜਾਂਦੀ ਆ। ਠੀਕ ਹੈ, ਇਸ ਸੋਇਲ ਤੋਂ ਇਹ ਜਿਹੜੇ ਕੁਛ ਬੈਕਟੀਰੀਆ ਹੈਗੇ ਆ ਜਿਹੜੇ ਮੁੜ ਕੇ ਫਿਰ ਐਟਮੋਸਫੇਅਰ ਦੇ ਵਿੱਚ ਨਾਈਟ੍ਰੋਜਨ ਨੂੰ ਵਾਪਸ ਦੇ ਦਿੰਦੇ ਆ। ਮਤਲਬ ਇੱਥੇ ਦੋਨੇ ਜਗ੍ਹਾ ਨਾਈਟ੍ਰੋਜਨ ਦੀ ਜਿਹੜੀ ਮਾਤਰਾ ਉਹ ਦੋਨੇ ਪਾਸੇ ਬਰਾਬਰ ਰਹਿੰਦੀ ਆ। ਸੋ ਟੁਡੇ ਵੀ ਹੈਵ ਲਰਨਡ ਦਾ ਨਾਈਟ੍ਰੋਜਨ ਸਾਈਕਲ ਅਤੇ ਹਾਊ ਇਟ ਇਜ਼ ਫਿਕਸਡ, ਨਾਈਟ੍ਰੋਜਨ ਫਿਕਸੇਸ਼ਨ ਦੇ ਨਾਲ। ਠੀਕ ਹੈ, ਨਾਈਟ੍ਰੋਜਨ ਸਾਈਕਲ ਆ। ਠੀਕ ਹੈ, ਯਾਨੀ ਕਿ ਇਹ ਮੇਨ ਚੀਜ਼ਾਂ ਦੋ ਆ। ਇੱਕ ਤਾਂ ਹੈਗੇ ਆ ਲੈਗੂਮੀਨਸ ਪਲਾਂਟਸ ਦੀਆਂ ਜੜ੍ਹਾਂ ਵਿੱਚ ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ ਹੁੰਦਾ ਜਿਹੜਾ ਹਵਾ ਦੇ ਵਿਚਲੀ ਨਾਈਟ੍ਰੋਜਨ ਨੂੰ ਫਿਕਸ ਕਰਦਾ। ਦੂਸਰਾ ਡਿਊਰਿੰਗ ਲਾਈਟਨਿੰਗ ਨਾਈਟ੍ਰੋਜਨ ਜਿਹੜੀ ਆਕਸੀਜਨ ਨਾਲ ਮਿਲ ਕੇ ਨਾਈਟ੍ਰੋਜਨ ਆਕਸਾਈਡ ਬਣਾਉਂਦੀ ਆ ਔਰ ਮੀਂਹ ਦੇ ਪਾਣੀ ਦੇ ਨਾਲ ਮਿੱਟੀ 'ਤੇ ਡਿੱਗਦੀ ਆ ਅਤੇ ਮਿੱਟੀ ਦੇ ਵਿੱਚ ਉਹ ਨਾਈਟ੍ਰੋਜਨ ਦੇ ਕੰਪਾਊਂਡਸ ਆ ਜਾਂਦੇ ਆ ਜਿਨ੍ਹਾਂ ਨੂੰ ਪਲਾਂਟਸ ਜਿਹੜੇ ਆ ਲੈਂਦੇ ਆ। ਕੁਛ ਬੈਕਟੀਰੀਆ ਇਸ ਨਾਈਟ੍ਰੋਜਨ ਨੂੰ ਫਿਰ ਹਵਾ 'ਚ ਪਹੁੰਚਾ ਦਿੰਦੇ ਆ। ਕੁਛ ਇਹ ਪਲਾਂਟਸ ਜਿਹੜੇ ਉਹਨਾਂ ਨੂੰ ਜਾਨਵਰ ਖਾਂਦੇ ਆ, ਜਾਨਵਰ ਮਰਦੇ ਆ ਅਤੇ ਉਹ ਨਾਈਟ੍ਰੋਜਨ ਦੇ ਕੰਪਾਊਂਡਸ ਫਿਰ ਮਿੱਟੀ 'ਚ ਚਲੇ ਜਾਂਦੇ ਆ। ਇਸ ਤਰ੍ਹਾਂ ਇਹ ਸਾਈਕਲ ਜਿਹੜੇ ਆ ਇਹਦੇ ਵਿੱਚ ਬਾਰ-ਬਾਰ ਇੱਕ ਚੀਜ਼ ਤੋਂ ਦੂਜੀ 'ਤੇ, ਦੂਜੀ ਤੋਂ ਤੀਜੀ 'ਤੇ, ਐਟਮੋਸਫੇਅਰ ਤੋਂ ਮਿੱਟੀ 'ਚ, ਮਿੱਟੀ ਤੋਂ ਫਿਰ ਐਟਮੋਸਫੇਅਰ 'ਚ, ਐਟਮੋਸਫੇਅਰ ਤੋਂ ਮਿੱਟੀ 'ਚ, ਪਲਾਂਟਸ ਦੇ ਵਿੱਚ, ਜਾਨਵਰਾਂ ਦੇ ਵਿੱਚ, ਫਿਰ ਜਾਨਵਰਾਂ ਤੋਂ ਫਿਰ ਮਰ ਕੇ ਮਿੱਟੀ 'ਚ। ਇਸ ਤਰ੍ਹਾਂ ਨਾਈਟ੍ਰੋਜਨ ਜਿਹੜੀ ਆ ਉਹ ਚੱਲਦੀ ਰਹਿੰਦੀ ਆ।